ਕਰਨਹਾਰ ਸਦ ਵਸੈ ਹਦੂਰਾ। ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਗੁਰੂ ਪਿਆਰਿਓ, ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ। ਲਾਈਕ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ। ਸਾਧ ਸੰਗਤ ਜਿਹੜੇ ਵੀਰ ਭੈਣ ਨਾਲ ਜੁੜੇ ਹੋਏ ਨੇ, ਸਾਰਿਆਂ ਦਾ ਧੰਨਵਾਦ ਹੈ ਤੇ ਬਹੁਤ ਬਹੁਤ ਸ਼ੁਕਰੀਆ। ਗੁਰਮਖੋ, ਕੁਝ ਬੇਨਤੀਆਂ ਆਪਾਂ ਸਾਂਝੀਆਂ ਕਰਨੀਆਂ ਨੇ ਕਿ ਸੌਦੇ ਸਾਧ ਤੇ ਮੋਦੀ ਸਰਕਾਰ ਇੰਨੀ ਮਿਹਰਬਾਨ ਕਿਉਂ ਹੋਈ ਹੈ। ਇਹ ਸਾਜ਼ਿਸ਼ ਗੇਮ ਸੁਣ ਕੇ ਰੌਂਗਟੇ ਖੜੇ ਹੋ ਜਾਣਗੇ ਤੁਹਾਡੇ। ਇੱਕ ਵਾਰ ਇਹਨਾਂ ਬੇਨਤੀਆਂ ਨੂੰ ਗੌਰ ਨਾਲ ਸੁਣਿਓ। ਸਤਿਗੁਰੂ ਕਿਰਪਾ ਕਰਨ। ਫਤਿਹ ਬੁਲਾਓ, ਆਰੰਭਤਾ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, 21 ਦਿਨਾਂ ਦੀ ਫਰਲੋ ਜਿਹੜੀ ਹੈ ਸੌਦਾ ਸਾਧ ਨੂੰ ਦਿੱਤੀ ਗਈ ਹੈ ਤੇ ਜਥੇਬੰਦੀਆਂ ਨੇ ਰੋਸ ਜਤਾਇਆ। ਉਸ ਤੇ ਰੋਸ ਕਿਉਂ ਜਤਾਇਆ? ਉਹਨਾਂ ਨੇ ਫਰਲੋ ਤੇ ਰੋਸ ਨਹੀਂ ਜਤਾਇਆ ਕਿ ਫਰਲੋ ਦਿੱਤੀ। ਸਾਡਾ ਇੱਕ ਜਿਹੜਾ ਏਜੰਡਾ ਆ ਉਹ ਇਹ ਹੈ ਕਿ ਬੰਦੀ ਸਿੰਘਾਂ ਨੂੰ ਵੀ ਰਿਹਾ ਕੀਤਾ ਜਾਏ। ਸੌਦਾ ਸਾਧ ਨੂੰ ਪੈਰੋਲ ਦਿੱਤੀ, ਸਾਡੇ ਬੰਦੀ ਸਿੰਘਾਂ ਨੂੰ ਵੀ ਪੈਰੋਲ ਦੇ ਦਿਓ। ਉਹਨਾਂ ਨੂੰ ਤੇ ਕਦੇ ਪੈਰੋਲ ਨਹੀਂ ਤੁਸੀਂ ਦਿੱਤੀ। ਇਹ ਸ਼ਰੇਆਮ ਧੱਕਾ ਨਹੀਂ ਤੇ ਕੀ ਹੈ? ਇਹ ਹਿੰਦੂ ਨਾ ਹੁੰਦੇ, ਇਹ ਹਿੰਦੁਸਤਾਨ ਨਾ ਹੁੰਦਾ, ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਇਹ ਗੱਲ ਕਿਉਂ ਭੁੱਲ ਜਾਂਦੇ ਨੇ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਉਹਨਾਂ ਕੁਰਬਾਨੀਆਂ ਦਾ ਮੁੱਲ ਅਸੀਂ ਆਹ ਮੋੜ ਰਹੇ ਹਾਂ। ਬਲਾਤਕਾਰੀ, ਮਰਡਰ, ਉਹ ਜਿਹੜੇ ਨਾਮ ਤੇ ਉਹਦੇ ਤੇ ਚਾਰਜਸ ਲੱਗੇ ਨੇ, ਉਹ ਚੀਜ਼ਾਂ ਦੇ ਬਾਅਦ ਵੀ 4.5 ਸਾਲ ਬਾਅਦ 2017 ਅਗਸਤ ਦੇ ਵਿੱਚ ਉਹਨੂੰ ਅੰਦਰ ਕੀਤਾ ਗਿਆ ਵੋਟਾਂ ਤੋਂ ਬਾਅਦ। ਤੇ ਅੱਜ ਜਦੋਂ ਹੀ ਵੋਟਾਂ ਆ ਗਈਆਂ ਤੇ ਉਦੋਂ ਉਹਨੂੰ ਬਾਹਰ ਕੱਢ ਲਿਆਂਦਾ। ਕਿਹਦੀ ਚੱਲਦੀ ਹੈ ਬਈ? ਮੋਦੀ ਸਰਕਾਰ। ਸੈਂਟਰ ਦੇ ਵਿੱਚ ਤਾਂ ਮੋਦੀ ਸਰਕਾਰ ਹੈ ਨਾ। ਹੁਣ ਇੱਥੇ ਉਹਨੂੰ ਬਾਹਰ ਲਿਆਂਦਾ ਗਿਆ। ਸਾਡੇ ਬੰਦੀ ਸਿੰਘਾਂ ਨੂੰ ਵੀ ਰਿਹਾ ਕਰ ਦਿਓ। ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਉਹਨਾਂ ਮਾਵਾਂ ਦੇ ਹਾਲ ਪੁੱਛੋ ਜਾ ਕੇ। ਉਹਨਾਂ ਪਰਿਵਾਰਾਂ ਦੇ, ਉਹਨਾਂ ਘਰ ਪਰਿਵਾਰਾਂ ਦੇ ਹਾਲ ਵੇਖੋ ਜਾ ਕੇ, ਜਿਨ੍ਹਾਂ ਦੇ 25-25, 26-26 ਸਾਲਾਂ ਤੋਂ ਪੁੱਤ ਅੰਦਰ ਬੈਠੇ ਆ, ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ। 7-7, 8-8 ਸਾਲ ਵਿਚਾਰੇ ਫਿਰ ਵੀ ਉੱਤੇ ਲਾਈ ਬੈਠੇ ਆ। ਕੋਈ ਜਵਾਬ ਨਹੀਂ ਸਾਡੇ ਕੋਲ। ਕੀ ਜਵਾਬ? ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ, ਭਾਈ ਜਗਤਾਰ ਸਿੰਘ ਹਵਾਰਾ ਵਰਗੇ, ਜਗਤਾਰ ਸਿੰਘ ਤਾਰੇ ਵਰਗੇ, ਹੋਰ ਕਿੰਨੇ ਸ਼ਹੀਦ ਨੇ। ਹੋਰ ਕਿੰਨੇ, ਮੈਨੂੰ ਖਿਮਾ ਕਰਿਓ, ਹੋਰ ਕਿੰਨੇ ਬੰਦੀ ਸਿੰਘ ਨੇ ਜਿਹੜੇ ਅੰਦਰ ਜੇਲ੍ਹਾਂ ਦੇ ਵਿੱਚ ਬੰਦ ਨੇ। ਮਾਨਸਿਕ ਰੋਗੀ ਵੀ ਹੋ ਚੁੱਕੇ ਨੇ, ਸਰੀਰਕ ਰੋਗੀ ਵੀ ਹੋ ਚੁੱਕੇ ਨੇ। ਹੋਰ ਉਹਨਾਂ ਚੋਂ ਕੀ ਕੱਢੋਗੇ? ਹੁਣ ਬਾਹਰ ਕਰ ਦਿਓ। ਘਰੇ ਤੇ ਰਹਿਣ। ਜ਼ਿੰਦਗੀ ਦੇ ਆਖਰੀ ਪਲ, ਆਖਰੀ ਘੜੀਆਂ ਘਰ ਪਰਿਵਾਰ ਨਾਲ ਬਿਤਾ ਲੈਣਗੇ। ਸੌਦੇ ਸਾਧ ਤੇ ਮੋਦੀ ਸਰਕਾਰ ਇੰਨੀ ਮਿਹਰਬਾਨ ਕਿਉਂ ਹੈ? ਇਹ ਸੁਣਿਓ ਜੀ। ਕਿਉਂਕਿ ਸੌਦਾ ਸਾਧ ਦੇ ਕੋਲੇ ਉਹਨੇ ਕਿੰਨੇ ਵੀ ਜੁਰਮ ਕੀਤੇ, ਕ੍ਰਾਈਮ ਕੀਤੇ, ਸਰਕਾਰ ਦੀ ਨਿਗਾਹ ਵਿੱਚ ਉਹ ਕ੍ਰਾਈਮ ਨਹੀਂ, ਉਹ ਜੁਰਮ ਨਹੀਂ। ਦੂਜੀ ਗੱਲ, ਵੋਟਾਂ ਤੋਂ ਪਹਿਲਾਂ ਕਿਉਂ ਲਿਆਂਦਾ ਗਿਆ? ਡੇਰੇ ਦੀਆਂ ਹਜ਼ਾਰਾਂ ਹੀ ਵੋਟਾਂ ਜਿਹੜੀਆਂ ਸੀ, ਸਰਕਾਰ ਆਪਦੇ ਵੱਲ ਖਿੱਚਣ ਲਈ ਸੌਦਾ ਸਾਧ ਨੂੰ ਪੈਰੋਲ ਦਿੱਤੀ, ਬਾਹਰ ਕੱਢ ਕੇ ਲਿਆਂਦਾ ਗਿਆ। ਗਿਣੀ ਮਿੱਠੀ ਤਹਿਤ ਸਾਜ਼ਿਸ਼ ਦੇ ਨਾਲ ਉਹਨੂੰ ਬਾਹਰ ਲਿਆ ਕੇ ਇੱਕ ਆਪਣੀ ਸੱਤਾ ਕਾਇਮ ਕਰਨ ਦੇ ਲਈ ਉਹਨੂੰ ਬਾਹਰ ਕੱਢ ਕੇ ਲਿਆਂਦਾ। ਤੇ ਯਾਦ ਰੱਖਿਓ, ਇਹੋ ਹੀ ਬਾਹਰ ਕੱਢੀ ਹੋਈ ਉਹਦੀ ਗੱਲ ਤੇ ਇਹ ਦਿੱਤੀ ਹੋਈ ਪੈਰੋਲ ਸਾਨੂੰ ਬੜਾ ਦੁੱਖ ਦੇਗੀ ਆਉਣ ਵਾਲੇ ਸਮੇਂ ਦੇ ਵਿੱਚ। ਇਹਦੇ ਸਿੱਟੇ ਜਿਹੜੇ ਨਾ ਆਉਣ ਵਾਲੇ ਸਮੇਂ ਵਿੱਚ ਸਾਨੂੰ ਹੀ ਭੁਗਤਣੇ ਪੈਣਗੇ। ਕੁਝ ਬੇਨਤੀ ਕਰਾਂ, ਘੱਟ ਸਾਡੇ ਵਾਲੇ ਵੀ ਨੇ। ਤੁਸੀਂ ਪਤਾ ਲੱਗਿਆ ਹੋਊਗਾ ਤੁਹਾਨੂੰ ਮੈਂ ਕੀ ਕਹਿਣਾ ਚਾਹੁੰਦਾ, ਕਿਉਂਕਿ ਤੁਸੀਂ ਮੇਰੇ ਨਾਲੋਂ ਵੱਧ ਸਿਆਣੇ ਆ। ਮੋਦੀ ਸਰਕਾਰ ਨੂੰ ਮਿਲਣ ਜਾਂਦੇ ਨੇ ਸਿੱਖ ਸਮਾਜ, ਸੰਤ ਸਮਾਜ ਸਾਡਾ। ਮੋਦੀ ਦੇ ਘਰੇ ਮੋਦੀ ਨੂੰ ਮਿਲਣ ਗਏ ਨੇ, ਉਹਦੇ ਨਾਲ ਹੱਥ ਮਿਲਾਏ, ਜੱਫੀਆਂ ਪਾਈਆਂ, ਫੋਟੋਆਂ ਖਿਚਾਈਆਂ। ਸਾਡੇ 750 ਕਿਸਾਨਾਂ ਦੀ ਮੌਤ ਦਾ ਜ਼ਿੰਮੇਵਾਰ ਉਹ ਬੰਦਾ ਜਿਹੜਾ ਸਾਡੇ ਕਿਸਾਨਾਂ ਦੀ ਸ਼ਹੀਦੀ ਨੂੰ ਸ਼ਹੀਦੀ ਨਹੀਂ ਮੰਨ ਰਿਹਾ। ਕਿਸਾਨ ਅੰਦੋਲਨ ਦੇ ਵਿੱਚ ਜਿਹਨੇ ਰੱਜ ਕੇ ਸਾਨੂੰ ਤਪਾਇਆ, ਕਿਸਾਨ ਅੰਦੋਲਨ ਦੇ ਵਿੱਚ
ਜਿਨ੍ਹਾਂ ਵੀਰਾਂ ਤੇ ਪਰਚੇ ਹੋਏ ਉਹਨਾਂ ਦੇ ਪਰਚੇ ਮਾਫ ਨਹੀਂ ਹੋਏ, ਤੇ ਇਹੋ ਜੇ ਇੱਕ ਬੰਦੇ ਨਾਲ ਅਸੀਂ ਖੜਨਾ ਵੀ ਪਸੰਦ ਕਿਵੇਂ ਕਰ ਸਕਦੇ ਹਾਂ? ਤੇ ਤੁਸੀਂ ਤੇ ਉਹਦੇ ਨਾਲ ਫੋਟੋਆਂ ਖਿਚਾ ਰਹੇ ਹੋ। ਅਸੀਂ ਬੀਜੇਪੀ ਦਾ ਵਿਰੋਧ ਕਰਦੇ ਹਾਂ ਇੱਥੇ ਪੰਜਾਬ ਦੇ ਵਿੱਚ, ਕਰਦੇ ਹਾਂ ਨਾ ਭਾਈ। ਆਪਾਂ ਬੀਜੇਪੀ ਦਾ ਵਿਰੋਧ ਕਰ ਰਹੇ ਹਾਂ ਨਾ, ਕਿਉਂ ਕਰ ਰਹੇ ਹਾਂ? 750 ਕਿਸਾਨ ਮਰੇ ਆ ਸਾਡੇ, ਸਾਡੇ ਆਪਣੇ ਨੇ, ਬਗਾਨੇ ਨਹੀਂ, ਪੰਜਾਬੀ ਨੇ। ਕਹਿੰਦੇ ਸਿੱਖ ਕੌਮ ਕਦੇ ਨਾ ਹਾਰੇ, ਜੇ ਕਦੇ ਸਿੱਖ ਨੂੰ ਸਿੱਖ ਨਾ ਮਾਰੇ। ਅੱਜ ਉਹੀ ਗੱਲ ਹੋਈ ਪਈ ਹੈ। ਪੱਗਾਂ ਬੰਨ੍ਹ ਕੇ ਸੰਤ ਸਮਾਜ ਚਿੱਟੇ ਚੋਲਿਆਂ ਵਾਲੇ ਢਿੱਡਲ ਬਾਬੇ ਜਾ ਕੇ ਮੋਦੀ ਨੂੰ ਜੱਫੀਆਂ ਪਾ ਰਹੇ ਨੇ। ਸ਼ਰਮ ਆ ਜਾਈ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਕੀ ਮੂੰਹ ਵਿਖਾਵਾਂਗੇ, ਉਹ ਸੰਗਤ ਨੂੰ ਕੀ ਮੂੰਹ ਦਿਖਾਵਾਂਗੇ, ਪਰਮਾਤਮਾ ਨੂੰ ਕੀ ਮੂੰਹ ਵਿਖਾਵਾਂਗੇ। ਸਨਮਾਨ ਕਰ ਰਹੇ ਹਾਂ, ਸਰੋਪੇ ਦੇ ਰਹੇ ਹਾਂ ਉਹਨੂੰ ਕਿ ਹਾਲਾਂਕਿ ਮੈਂ ਵਿਰੋਧ ਵਿੱਚ ਨਹੀਂ ਹਾਂ। ਵੀ ਕਿਉਂ ਮੈਂ ਇਸ ਗੱਲ ਦੇ ਵਿਰੋਧ ਵਿੱਚ ਹਾਂ? ਕਿਉਂਕਿ ਸਾਡੇ ਬੰਦੇ ਖੁਦ ਜਾ ਕੇ ਕਰ ਰਹੇ ਨੇ। ਸਾਡੇ ਪੰਜਾਬ ਵਿੱਚ ਆਉਂਦਾ ਫੇਰ ਗੱਲ ਕੁਝ ਹੋਰ ਸੀ। ਕਿਉਂ ਹੋਇਆ? ਕੋਈ ਚੱਜ ਦੀ ਗੱਲ ਹੋਈ ਉੱਥੇ? ਕੋਈ ਚੰਗੀ ਗੱਲ ਕੀਤੀ? ਕੋਈ ਕਿਸੇ ਗੁਰਦੁਆਰੇ ਦਾ, 84 ਦੇ ਦੰਗਿਆਂ ਦਾ, ਜਾਂ ਕਿਸੇ ਪ੍ਰਕਾਰ ਦਾ ਕੋਈ ਹੋਰ ਕੋਈ ਤੁਸੀਂ ਮੰਗ ਰੱਖੀ ਜਾਂ ਕੋਈ ਪੂਰੀ ਹੋਈ? ਤੇ ਯਾਦ ਰੱਖਿਓ, ਪਹਿਲੀ ਗੱਲ ਤੇ ਇਹੀ ਰੱਖੋ ਵੀ ਖੇਤੀ ਕਾਨੂੰਨ ਕਿਉਂ ਲੈ ਕੇ ਆਏ? ਜੇ ਖੇਤੀ ਕਾਨੂੰਨ ਲੈ ਕੇ ਆਏ, ਸਾਡੇ 750 ਕਿਸਾਨ ਭਰਾ ਚੜ੍ਹਾਈ ਕਰ ਗਏ, ਉਹਨਾਂ ਦਾ ਮੁਆਵਜ਼ਾ ਕੌਣ ਦੇਗਾ? ਮੁਆਵਜ਼ਾ ਉਹਨਾਂ ਦੀ ਜਿੰਦ ਵਾਪਸ ਕਰ ਸਕਦੇ ਹੋ? ਦੂਸਰੀ ਗੱਲ ਮੈਂ ਬੇਨਤੀ ਕਰਨੀ ਹੈ, ਕਿਉਂਕਿ ਜਿਹੜੇ ਪਰਚੇ ਹੋਏ ਨੇ ਉਹ ਰੱਦ ਕਿਉਂ ਨਹੀਂ ਕਰਾਏ ਅਜੇ ਤੱਕ? ਛੋਟੇ ਛੋਟੇ ਬੱਚੇ ਵੀ ਚੜ੍ਹਾਈ ਹੋ ਗਏ ਕਿਸਾਨ ਅੰਦੋਲਨ ਦੇ ਵਿੱਚ। ਇਹ ਸਾਰੀਆਂ ਗੇਮਾਂ ਨੇ, ਗੇਮਾਂ। ਇੱਥੇ ਵੇਖਿਓ ਤੁਸੀਂ ਕਿਵੇਂ ਸਾਡੇ ਆਪ ਬਾਬੇ ਚੇਲੇ ਚਪਟੇ ਸਭ ਵਿਕ ਜਾਣਗੇ। ਬੀਜੇਪੀ ਨੇ ਸੱਤਾ ਕਾਇਮ ਕਰਨੀ ਹੈ, ਰਾਜ ਕਾਇਮ ਕਰਨਾ ਇੱਥੇ ਆਪਦਾ, ਪੰਜਾਬ ਦੇ ਵਿੱਚ ਵੀ ਪੈਰ ਜਮਾਏਗੀ। ਆ ਸਾਡੀਆਂ ਰਵਾਇਤੀ ਪਾਰਟੀਆਂ ਗੱਠਜੋੜ ਕਰਕੇ ਸਾਡੇ ਉੱਪਰ ਹਾਵੀ ਹੋਣ ਨੂੰ ਫਿਰਦੀਆਂ ਨੇ। ਯਾਦ ਰੱਖਿਓ, ਇਹ ਨਤੀਜੇ ਚੰਗੇ ਨਹੀਂ ਹੋਣਗੇ। ਸਮਝ ਨਹੀਂ ਆਉਂਦੀ, ਵੋਟਾਂ ਨੂੰ ਲੈ ਕੇ ਕੋਈ ਕੱਟੇ ਦੀ ਬਲੀ ਦੇ ਰਿਹਾ, ਕੋਈ ਕਾਸੇ ਦੀ, ਕਿੱਥੇ ਮੱਥਾ ਟੇਕ ਰਿਹਾ। ਚਲੋ ਮੱਥਾ ਟੇਕਣਾ ਸਾਡਾ ਫਰਜ਼ ਹੈ, ਅਧਿਕਾਰ ਹੈ, ਮੱਥਾ ਟੇਕੋ। ਆ ਕੱਟੇ ਦੀਆਂ ਬਲੀਆਂ ਬੁਲੀਆਂ ਕਿੱਥੇ ਯਾਰ? ਅਸੀਂ ਚੱਕੀ ਬੈਠੀਆਂ 17ਵੀਂ ਈਸਵੀ ਵਾਲਾ ਇਤਿਹਾਸ। ਇਹ ਤੇ ਪੁਰਾਣੇ ਸਮੇਂ ਵਾਲੀ ਗੱਲ। ਅੱਜ 21ਵੀਂ ਸਦੀ ਵਿੱਚ ਹੋ ਕੇ ਅਸੀਂ ਫੇਰ ਲੋਕ ਇਹਨਾਂ ਗੱਲਾਂ ਨਾਲ ਜੁੜੇ ਹੋਏ ਹਾਂ। ਇਹ ਪੂਰੀਆਂ ਗੇਮਾਂ ਨੇ ਸਾਡਾ ਧਿਆਨ ਆਕਰਸ਼ਿਤ ਕਰਨ ਲਈ। ਦੀਪ ਸਿੱਧੂ ਦਾ ਕਤਲ ਹੁੰਦਾ ਹੈ, ਤੇ ਯਾਦ ਰੱਖਿਓ ਇਹ ਵੀ ਬੜੀ ਵੱਡੀ ਸਾਜ਼ਿਸ਼ ਹੈ। ਤੇ ਲੋਕ ਸਾਡੇ ਜਿਹੜੇ ਬੀਜੇਪੀ ਵੱਲ ਨੂੰ ਭੱਜ ਰਹੇ ਨੇ, ਤੇ ਯਾਦ ਰੱਖਿਓ ਇਹੋ ਹੀ ਲੋਕ ਸਾਡੇ ਸਿਰ 'ਚ ਗਲੀਆਂ ਕਰਨਗੇ ਜਿੱਦਣ ਕਿਤੇ ਇਹਨਾਂ ਦੇ ਦਾਅ ਚੱਲੇ। ਤੇ ਆਪਾਂ ਨੂੰ ਇਹਨਾਂ ਲੋਕਾਂ ਨੇ ਖੰਘਣ ਨਹੀਂ ਦੇਣਾ। ਇਹ ਲੋਕ ਦੁਬਾਰਾ ਜਿਹੜੇ ਆ 84 ਵਾਲੇ ਹਾਲਾਤ ਪੈਦਾ ਕਰ ਦੇਣਗੇ। ਯਾਦ ਰੱਖਿਓ, ਮਤ ਕਰੋ ਇਹਨਾਂ ਦਾ ਪਿੱਛਾ, ਵਾਪਸ ਪਰਤ ਆਓ, ਹਜੇ ਵੀ ਕੁਛ ਨਹੀਂ ਵਿਗੜਿਆ। ਸੌਦੇ ਸਾਰ ਤੇ ਮੋਦੀ ਸਰਕਾਰ ਮਿਹਰਬਾਨ ਇਸ ਕਰਕੇ ਹੈ, ਵੋਟ ਚਾਹੀਦੀ ਹੈ। ਇਹ ਸਾਜ਼ਿਸ਼ ਹੈ, ਇਹ ਵੱਡੀ ਗੇਮ ਹੈ। ਸੁਚੇਤ ਰਿਓ, ਵੇਖਿਓ ਤੁਹਾਡੇ ਘਰ ਵੀ ਆਉਣਗੇ। ਯਾਦ ਰੱਖਿਓ, ਦੇਖਿਓ ਕਿਤੇ ਬੇਮੁਖ ਨਾ ਹੋ ਜਾਇਓ। ਨਾ ਇਹ ਗੱਲ ਨਹੀਂ ਆਪਾਂ ਕਰਨੀ। ਸਮਝ ਕੇ ਸੋਚਦਾਰੀ ਸਮਝਦਾਰੀ ਨਾਲ ਚੱਲਿਓ, ਬੜਾ ਕੁਝ ਹੈ। ਨਹੀਂ ਤੇ ਫਿਰ ਸੰਗਤ ਵੱਲੋਂ ਵੀ ਦੁਰਕਾਰੇ ਜਾਵਾਂਗੇ। ਗੁਰੂ ਨੂੰ ਕੀ ਮੂੰਹ ਵਿਖਾਵਾਂਗੇ, ਸੰਗਤ ਨੂੰ ਕੀ ਮੂੰਹ ਵਿਖਾਵਾਂਗੇ। ਯਾਦ ਰੱਖਿਓ, ਪਾਤਸ਼ਾਹ ਮਿਹਰ ਰੱਖਣ ਸਾਡੇ ਤੇ, ਸਾਨੂੰ ਸਮਤ ਦੇਣ। ਚੈਨਲ ਸਬਸਕ੍ਰਾਈਬ ਕਰ ਲਿਓ, ਵੀਡੀਓ ਸ਼ੇਅਰ ਕਰਿਓ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।